ਇੱਕ ਮਨ ਚਿੱਤ ਹੋ ਕੇ ਸਰਵਣ ਕਰਕੇ ਆਪਾਂ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ 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 ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਭਾਗਾਂ ਵਾਲਿਓ, ਆਪਾਂ ਸਾਰੇ ਅੱਜ ਜਿੱਥੇ ਪੂਰਨਮਾਸ਼ੀ ਦਾ ਪਾਵਨ ਦਿਹਾੜਾ ਮਨਾ ਰਹੇ ਹਾਂ, ਉੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵੀ ਮਨਾ ਰਹੇ ਹਾਂ। ਕਿਉਂਕਿ ਮਹਾਂਪੁਰਸ਼ਾਂ ਵੱਲੋਂ ਅਮਰ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਇਹ ਹਮੇਸ਼ਾ ਉਪਦੇਸ਼ ਹੁੰਦਾ ਸੀ ਕਿ ਜਿਹੜਾ ਵੀ ਗੁਰਪੁਰਬ ਨੇੜੇ ਹੈ ਪੂਰਨਮਾਸ਼ੀ ਦੇ ਤੇ ਉਹ ਗੁਰਪੁਰਬ ਮਨਾਇਆ ਜਾਏ। ਤੋ ਆਪ ਸਾਰੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ, ਕੋਈ ਇੱਥੇ ਸਤਸੰਗਤ ਵਿੱਚ ਬਹਿ ਕੇ ਆਨੰਦ ਮਾਣ ਰਿਹਾ ਹੈ, ਕੋਈ ਇੰਟਰਨੈਟ ਰਾਹੀਂ ਆਪਣੇ ਘਰਾਂ ਵਿੱਚ ਆਨੰਦ ਮਾਣ ਰਿਹਾ ਹੈ ਇਸ ਕਥਾ ਕੀਰਤਨ ਦਾ। ਆਓ ਆਪਾਂ ਸਾਰੇ ਜੁੜੀਏ, 2 ਮਿੰਟ ਦੀ ਸਿਮਰਨ ਸਾਧਨਾ, ਫਿਰ ਸ਼ਬਦ ਦੀ ਵਿਚਾਰ। ਸਾਰੇ ਜੁੜਿਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਪੜ੍ਹੋ। ਗੁਰਮੰਤਰੜਾ ਚਿਤਾ, ਗੁਰਮੰਤਰੜਾ ਚਿਤਾ, ਗੁਰਮੰਤਰੜਾ ਗੁਰਮੰਤਰੜਾ ਚਿਤਾ, ਗੁਰਮੰਤਰੜਾ ਚਿਤਾ। ਨਾਨਕ ਦੁਖ ਨਾ ਥੀਵਈ, ਨਾਨਕ ਦੁਖ ਨਾ ਥੀਵਈ, ਨਾਨਕ ਦੁਖ ਨਾ ਥੀਵਈ, ਨਾਨਕ ਦੁਖ ਨਾ ਥੀਵਈ। ਗੁਰਮੰਤਰੜਾ ਚਿਤਾ, ਗੁਰਮੰਤਰੜਾ ਚਿਤਾ। ਇਹ ਗੁਰਮੰਤਰ ਜਿਹੜਾ ਉਸ ਮਾਲਕ ਨੇ, ਗੁਰੂ ਨਾਨਕ ਨੇ ਤੁਹਾਨੂੰ ਸਾਨੂੰ ਇਸ ਸਾਰੇ ਜਗਤ ਨੂੰ ਦਿੱਤਾ। ਤੇ ਗੁਰੂ ਪਿਆਰਿਓ, ਸਾਰੇ ਜਪੋ, ਕੋਈ ਰਸਨਾ ਵਾਂਝੀ ਨਾ ਰਵੇ। ਇਸ ਮਹਾਮਾਰੀ ਦੇ ਵਿੱਚ, ਕਰੋਨਾ ਮਹਾਮਾਰੀ, ਔਰ ਬੜੀਆਂ ਭੈੜੀਆਂ ਬਿਮਾਰੀਆਂ, ਕਾਲੀ ਫੰਗਸ, ਚਿੱਟੀ ਫੰਗਸ, ਕਿਹੜੀਆਂ ਬਿਮਾਰੀਆਂ ਤੁਰ ਪਈਆਂ ਨੇ। ਤੇ ਗੁਰੂ ਪਿਆਰਿਓ, ਇਸ ਮਹਾਮਾਰੀ ਤੋਂ ਬਚਣ ਦੇ ਲਈ ਥੋੜਾ ਦਿਨ ਪਹਿਲਾਂ ਹੀ ਅਮਰ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਮਹਾਂਪੁਰਸ਼ਾਂ ਦੀ, ਬਾਬਾ ਜੀ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਤੁਸੀਂ ਤੱਕੀ ਹੋਣੀ, ਸੁਣੀ ਵੀ ਹੋਣੀ। ਮਹਾਂਪੁਰਸ਼ ਕਹਿ ਰਹੇ ਨੇ, ਕੀ ਕਹਿੰਦੇ ਨੇ? ਕਹਿੰਦੇ ਡਾਕਟਰਾਂ ਦੀਆਂ ਦਵਾਈਆਂ ਮੁੱਕ ਜਾਣੀਆਂ ਨੇ। ਡਾਕਟਰਾਂ ਨੇ ਕਹਿਣਾ ਏ ਬਈ ਹੁਣ ਨਾਮ ਜਪੋ, ਕੀਰਤਨ ਸੁਣੋ, ਆਪਣੇ ਗੁਰੂ ਘਰ ਜਾਓ, ਮੰਦਰ ਜਾਓ, ਗਿਰਜਾ ਘਰ ਜਾਓ, ਮਸਜਿਦ ਵਿੱਚ ਜਾਓ, ਆਪਣੇ ਧਰਮਾਂ ਅਨੁਸਾਰ ਆਪਣੇ ਮਾਲਕ ਨੂੰ ਧਿਆਵਨਾ ਕਰੋ, ਆਪਣੇ ਪਰਮੇਸ਼ਰ ਦੀ ਬੰਦਗੀ ਕਰੋ, ਤਾਂ ਦੁੱਖ ਦੂਰ ਹੋਏਗਾ। ਨਾਨਕ ਦੁਖ ਨਾ ਥੀਵਈ, ਨਾਨਕ ਦੁਖ ਨਾ ਥੀਵਈ, ਨਾਨਕ ਦੁਖ ਨਾ ਥੀਵਈ, ਨਾਨਕ ਦੁਖ ਨਾ ਥੀਵਈ।
ਗੁਰ ਮੰਤਰੜਾ ਕੀਤਾ ਗੁਰ ਮੰਤਰੜਾ ਵਾਹਿਗੁਰੂ 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 ਸਾਰੇ ਜਪੋ ਸਾਰੇ ਗੁਰੂ ਪਿਆਰਿਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਜਪ ਲਓ ਸਾਰੇ ਆਪਣੀ ਹਾਜ਼ਰੀਆਂ ਗੁਰੂ ਦੇ ਚਰਨਾਂ ਦੇ ਵਿੱਚ ਸਾਰੇ ਲਵਾਓ ਗੁਰ ਜੈਸੋ ਗੁਰ ਜੈਸੋ ਨੋਹੀ ਕੋ ਜਿਸ ਮਸਤਕ ਜਿਸ ਮਸਤਕ ਸੋਨਾ ਕੋ ਸੇਵੇ ਗੁਰੂ ਵਾਹਿਗੁਰੂ 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 ਗਾਵਣ ਦੀਦਾ ਮੇਰੀ ਝੋਲੀ ਪਾ ਦਿਓ ਗੁਣ ਗਾਵਣ ਦੀਦਾ ਮੇਰੀ ਝੋਲੀ ਪਾ ਦਿਓ ਗੁਣ ਗਾਵਣ ਦੀਦਾ ਮੇਰੀ ਝੋਲੀ ਪਾ ਦਿਓ ਗੁਣ ਗਾਵਣ ਦੀਦਾ ਮੇਰੀ ਝੋਲੀ ਪਾ ਦਿਓ ਹਰ ਸਿਮਰਨ ਦਿਨ ਰਾਤ 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 ਮੇਰੀ ਝੋਲੀ ਪਾ ਦਿਓ ਗੁਣ ਗਾਵਣ ਦੀਦਾ ਮੇਰੀ ਝੋਲੀ ਪਾ ਦਿਓ ਗਾਵਣ ਦੀਦਾ ਮੇਰੀ ਝੋਲੀ ਪਾ ਦਿਓ ਝੋਲੀ ਪਾਵੋ ਤੇਰੇ ਦਰਸ਼ਨ ਕਰ ਲਵਾਂ ਝੋਲੀ ਪਾਵੋ ਤੇਰੇ ਦਰਸ਼ਨ ਕਰ ਲਵਾ ਝੋਲੀ ਪਾਵੋ ਤੇਰੀ ਸੇਵਾ ਕਰ ਲਵਾਂ ਝੋਲੀ ਪਾਵੋ ਤੇਰੀ ਸੇਵਾ ਕਰ ਲਵਾ ਸੱਚਖੰਡ ਪੈ ਜੈ ਜਾ ਮੇਰੀ ਝੋਲੀ ਪਾ ਦਿਓ ਸੱਚਖੰਡ ਪੈ ਜੈ ਜਾ ਮੇਰੀ ਝੋਲੀ ਪਾ ਦਿਓ ਵਾਹਿਗੁਰੂ 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 ਵਾਹਿਗੁਰੂ
ਨਾਨਕ ਦੁਖ ਨਾ ਥੀਵਈ। ਇੱਕ ਵਾਰੀ ਸਾਰੇ ਪੜੋ। ਨਾਨਕ ਦੁਖ ਨਾ ਥੀਵਈ। ਸਾਰੀ ਸੰਗਤ ਪੜੋ ਗੁਰੂ ਪਿਆਰਿਓ। ਦੁੱਖ ਨੇੜੇ ਨਹੀਂ ਆਏਗਾ। ਗੁਰੂ ਦੇ ਹਜ਼ੂਰੀ ਦੇ ਵਿੱਚ ਸਾਰੇ ਹਾਜ਼ਰੀ ਲਵਾਓ। ਨਾਨਕ ਦੁਖ ਨਾ ਥੀਵਈ। ਨਾਨਕ ਦੁਖ ਨਾ ਥੀਵਈ। ਗੁਰ ਮੰਤਰੜਾ ਚਿਤਾ ਗੁਰ ਮੰਤਰੜਾ ਭਲੇ ਅਮਰਦਾਸ ਗੁਣ ਤੇਰੇ। ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਣਿਆ ਮੈਂ। ਤੇਰੀ ਉਪਮਾ ਤੋਹਿ ਬਣਿਆ ਮੈਂ। ਭਲੇ ਅਮਰਦਾਸ ਗੁਣ ਤੇਰੇ। ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਣਿਆ ਵੇ। ਉਪਮਾ ਤੋਹਿ ਬਣਿਆ ਵੇ। ਭਲੇ ਅਮਰਦਾਸ ਗੁਣ ਤੇਰੇ। ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਣਿਆ ਵੇ। ਉਪਮਾ ਤੋਹਿ ਬਣਿਆ ਵੇ। ਕਨ ਹਰ ਬੂੰਦ ਬਸੋਰ ਮਾਵਲ। ਕੁਸਮ ਬਸੰਤ ਗਾਨਤ ਨਾਵੇ। ਕਨ ਹਰ ਬੂੰਦ ਬਸੋਰ ਮਾਵਲ। ਕੁਸਮ ਬਸੰਤ ਗਾਨਤ ਨਾਵੇ। ਕੁਸਮ ਬਸੰਤ ਗਾਨਤ ਨਾਵੇ। ਕੁਸਮ ਬਸੰਤ ਗਾਨਤ ਨਾਵੇ। ਭਲੇ ਅਮਰਦਾਸ ਗੁਣ ਤੇਰੇ। ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਣਿਆ ਵੇ। ਤੇਰੀ ਉਪਮਾ ਤੋਹਿ ਬਣਿਆ ਵੇ। ਭਲੇ ਅਮਰਦਾਸ ਗੁਣ ਤੇਰੇ। ਭਲੇ ਅਮਰਦਾਸ
रव सस किरण उदर सागर को गंग तरंग अंत तो पावे। रव सस किरण उदर सागर को गंग तरंग को अंत न पावे। गंग तरंग अंत को पावे। गंग तरंग अंत को पावे। भले अमरदास गुण तेरे, भले अमरदास गुण तेरे, तेरी उपमा तोहे बन आवे। तेरी उपमा तोहे बन आवे। भले अमरदास गुण तेरे, भले अमरदास गुण तेरे, तेरी उपमा तोहे बन आवे। तेरी उपमा तोहे बन आवे। रुद्र त्यान ज्ञान सागर के कब जल पन नहीं जो गावे। रुद्र त्यान ज्ञान सतगुर के कब जल पन नहीं जो गावे। कब जल पल उन्हें जो गावे। कब जल पल उन्हें जो गावे। भले अमरदास गुण तेरे, अमरदास गुण तेरे, तेरी उपमा तुहि बन आवे। तेरी उपमा तुहि बन आवे। भले अमरदास गुण तेरे, अमरदास गुण तेरे, तेरी उपमा तोहे बन आवे। उपमा तोहे बन आवे। भले अमरदास गुण तेरे, गुण तेरे, तेरी उपमा उपमा तोहे बन आवे, बन आवे। धन गुरु अमरदास पातशाह तेरी उपमा तोहे बन आवे। ये प्यारे भट्ट किन्ना सोहना किन्ना वड्डा वरतांत किता उन्हां ने गुरु उपमा दे विच। ऐसे गुरु दे प्यारे भट्ट जी ते भी जाइए कि ऐसे गुरु दा इन्ना वड्डा वख्यान, इन्नी वड्डी वड्डियाई वाली गल जदों भी कोई सुनदा है मन गदगद हो जाता है गुरु दी इस वड्याई दे विच। कन हर बूंद ਜਿਹੜੀਆਂ ਬੂੰਦਾਂ ਧਰਤੀ ਤੇ ਗਿਰਦੀਆਂ ਨੇ, ਵੱਡੀ ਬਾਰਿਸ਼ ਹੁੰਦੀ ਏ, ਮੀਂਹ ਪੈਂਦਾ ਏ, ਉਹਦੀ ਗਿਣਤੀ ਨਹੀਂ ਹੋ ਸਕਦੀ, ਉਹਦੀ ਗਿਣਤੀ ਨਹੀਂ ਹੋ ਸਕਦੀ। ਉਸ ਤਰ੍ਹਾਂ ਦੀ ਉਪਮਾ ਕਿ हे ਗੁਰੂ ਅਮਰਦਾਸ ਪਾਤਸ਼ਾਹ ਤੇਰੀ ਉਪਮਾ, ਤੇਰੀਆਂ ਬਖਸ਼ਿਸ਼ਾਂ, ਤੇਰੀਆਂ ਰਹਿਮਤਾਂ ਦੀਆਂ ਗਿਣਤੀ ਵੀ ਨਹੀਂ ਹੋ ਸਕਦੀ। ਆ ਗੁਰੂ ਪਿਆਰਿਓ, ਇਤਿਹਾਸ ਵਿੱਚੋਂ ਗਾਥਾ ਲੈਣੀ ਹੈ
ਤੇ ਗਾਥਾ ਸੁਣਿਓ, ਸੁਣ ਕੇ ਕੁਝ ਲੈ ਕੇ ਜਾਇਓ ਕਿ ਗਾਥਾ ਦੇ ਵਿੱਚੋਂ ਕੀ ਮਿਲਦਾ ਹੈ। ਹੋ ਸਕਦਾ ਹੈ ਤੁਸੀਂ ਪਹਿਲਾਂ ਵੀ ਸੁਣੀ ਹੋਵੇ, ਪਰ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਉਹਨਾਂ ਦੀ ਵਡਿਆਈ ਦੇ ਵਿੱਚ ਇਹ ਗਾਥਾ, ਇਹ ਇਤਿਹਾਸਕ ਗਾਥਾ ਜਿਹੜੀ ਸਤਿਗੁਰੂ ਸੇਵਾ ਲੈਣ ਸੁਣ ਕੇ ਸਾਡੇ ਅੰਦਰ ਵੀ ਕੁਝ ਤਬਦੀਲੀ ਆਵੇ, ਸਾਡੇ ਅੰਦਰ ਵੀ ਕੁਝ ਗੁਰੂ ਦੀ ਬਖਸ਼ਿਸ਼ਾਂ ਆਉਣ, ਰਹਿਮਤਾਂ ਆਉਣ, ਕਿ ਲੈਣ ਦੀ ਕੋਸ਼ਿਸ਼ ਕਰੀ। ਇੱਕ ਗੁਰੂ ਦਾ ਪਿਆਰਾ, ਗੁਰੂ ਦਾ ਸਿੱਖ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਸ ਆਇਆ, ਜਿਹਦਾ ਨਾਮ ਇਤਿਹਾਸ ਵਿੱਚ ਆਇਆ ਹੈ ਭਾਈ ਗੋਂਦਾ। ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਸ ਆਇਆ, ਸਤਿਗੁਰੂ ਨੂੰ ਕਹਿਣ ਲੱਗਾ, ਸੰਗਤਾਂ ਬਹੁਤ ਬੈਠੀਆਂ ਨੇ। ਜਦੋਂ ਸਮਾਪਤੀ ਹੋਈ, ਸੰਗਤਾਂ ਆਪਣੇ ਆਪਣੇ ਘਰਾਂ ਨੂੰ ਤੁਰ ਗਈਆਂ, ਇਹ ਗੋਂਦਾ ਬੈਠਾ ਰਿਹਾ। ਮਹਾਰਾਜ ਪੁੱਛਣ ਲੱਗੇ, ਗੋਂਦਿਆ ਕੀ ਗੱਲ, ਤੇਰਾ ਚਿਹਰਾ ਬੜਾ ਉੜਿਆ ਹੋਇਆ ਹੈ, ਤੂੰ ਬੜਾ ਮਾਯੂਸ ਲੱਗਦਾ ਹੈ, ਕੀ ਗੱਲ ਹੋ ਗਈ। ਗੋਂਦੇ ਦੇ ਹੱਥ ਜੁੜ ਗਏ, ਮਹਾਰਾਜ ਬੜਾ ਵੱਡਾ ਗੁਨਾਹ ਹੋ ਗਿਆ, ਬੜਾ ਵੱਡਾ ਪਾਪ ਹੋ ਗਿਆ ਏ, ਤੇ ਸਤਿਗੁਰੂ ਤੁਹਾਡੇ ਕੋਲ ਬਖਸ਼ਵਾਉਣ ਦੇ ਲਈ ਆਇਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਪੁੱਛਣ ਲੱਗੇ, ਗੋਂਦਿਆ ਕੀ ਹੋ ਗਿਆ, ਦੱਸ ਤਾਂ ਸਹੀ ਕੀ ਗੁਨਾਹ ਹੋਇਆ। ਤੇ ਭਾਈ ਗੋਂਦਾ ਕਹਿਣ ਲੱਗਾ, ਮਹਾਰਾਜ ਆ ਸੁਣਿਓ ਬੜੇ ਧਿਆਨ ਦੇ ਨਾਲ ਤੇ ਕੁਝ ਲੈ ਕੇ ਜਾਇਓ। ਪਹਿਲੀ ਗੱਲ ਸ਼ੁਰੂ ਹੋਣ ਲੱਗੀ। ਗੋਂਦਾ ਕਹਿਣ ਲੱਗਾ, ਮਹਾਰਾਜ ਆਪ ਜੀ ਦੀ ਬੜੀ ਕਿਰਪਾ ਰਹਿਮਤ, ਬੜੀ ਜ਼ਮੀਨ ਜਾਇਦਾਦ ਹੈ, ਸਾਰਾ ਕੁਝ ਹੈ, ਪਰ ਮਨ ਦੀ ਤ੍ਰਿਸ਼ਨਾ ਨਹੀਂ ਬੁਝਦੀ ਨਾ, ਮਨ ਦਾ ਲਾਲਚ ਨਹੀਂ ਹਟਦਾ, ਮਨ ਦੀ ਤ੍ਰਿਸ਼ਨਾ ਨਹੀਂ ਬੁਝਦੀ। ਜਿਹਦੇ ਕੋਲ ਇੱਕ ਕਹਿੰਦਾ ਦੋ ਹੋ ਜਾਣ, ਅੱਧਾ ਨਾ ਹੋਵੇ, ਅੱਧਾ ਕਿੱਲਾ ਨਾ ਹੋਵੇ, 2 ਕਿੱਲੇ ਹੋ ਜਾਣ। ਮਹਾਰਾਜ ਇੰਜ ਹੀ ਹੋਇਆ, ਮੇਰੇ ਰਿਸ਼ਤੇਦਾਰਾਂ ਦੀ ਕੋਈ ਜ਼ਮੀਨ ਸੀ, ਉਸ ਜ਼ਮੀਨ ਤੇ ਮੈਂ ਕਬਜ਼ਾ ਕਰ ਲਿਆ। ਉਹਨਾਂ ਨੇ ਨਵਾਬ ਕੋਲ ਸ਼ਿਕਾਇਤ ਕੀਤੀ ਤੇ ਨਵਾਬ ਕੋਲ ਜਿਹੜਾ ਸਰਕਾਰੀ ਦਰਬਾਰੇ ਸੀ, ਉੱਥੇ ਮੇਰੀ ਚੱਲਦੀ ਸੀ, ਉੱਥੇ ਉਹ ਮੇਰਾ ਕਹਿਣਾ ਮੰਨਦੇ ਸਨ, ਮੇਰੇ ਨਾਲ ਉੱਠਦੇ ਬੈਠਦੇ ਸਨ ਤੇ ਮੇਰੇ ਹੱਕ ਦੇ ਵਿੱਚ ਸਨ। ਜਦੋਂ ਗੱਲ ਹੋਈ ਕਚਹਿਰੀ ਦੇ ਵਿੱਚ, ਮੈਂ ਥੋੜਾ ਉਹਨਾਂ ਨੂੰ ਪੈਸਾ ਖਵਾ ਦਿੱਤਾ ਤੇ ਪੈਸਾ ਖਵਾਇਆ ਤੇ ਉਹ ਜ਼ਮੀਨ ਜਿਹੜੀ ਮੇਰੇ ਰਿਸ਼ਤੇਦਾਰਾਂ ਦੀ ਸੀ, ਭਰਾਵਾਂ ਦੀ ਸੀ, ਉਹ ਜ਼ਮੀਨ ਮੈਂ ਹਥਿਆ ਲਈ। ਪਾਓ ਕੀ ਉਹ ਜ਼ਮੀਨ ਵੀ ਆਪਣੇ ਨਾਂ ਕਰਾ ਲਈ, ਮੇਰੀ ਤਾਂ ਮੇਰੇ ਕੋਲ ਹੈ ਹੀ, ਪਰ ਮਨ ਦੀ ਤ੍ਰਿਸ਼ਨਾ ਨਹੀਂ ਬੁਝਦੀ। ਗੁਰੂ ਪਿਆਰਿਓ, ਅੱਜ ਸਮੇਂ ਦਾ ਕੁਝ ਨਹੀਂ ਪਤਾ, ਕਿਸ ਸਮੇਂ ਕਿਹੜਾ ਭਾਣਾ ਵਰਤ ਜਾਣਾ ਏ। ਛੋਟੀ ਛੋਟੀਆਂ ਗੱਲਾਂ ਪਿੱਛੇ ਆਪਾਂ ਲੜ ਪੈਂਦੇ, ਛੋਟੀਆਂ ਛੋਟੀਆਂ ਗੱਲਾਂ ਪਿੱਛੇ, ਇਹ ਨਹੀਂ ਉਹ ਨਹੀਂ, ਕਿਉਂ ਗੁਰੂ ਪਿਆਰਿਓ, ਪਤਾ ਨਹੀਂ ਕਦੋਂ ਫੋਕ ਨਿਕਲ ਜਾਣੀ ਏ, ਕਦੋਂ ਸੁਨੇਹਾ ਆ ਜਾਣਾ ਏ। ਇਹ ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਹਿਜ ਅਵਸਥਾ ਬਖਸ਼ੇ, ਸਹਿਜ ਮਨ ਵਿੱਚ। ਅੱਜ ਬਹੁਤ ਲੋੜ ਏ, ਬਹੁਤ ਲੋੜ ਏ ਸਹਿਜ ਅਵਸਥਾ ਦੀ। ਤੇ ਗੁਰੂ ਪਿਆਰਿਓ, ਫਿਰ ਗੋਂਦਾ ਕਹਿਣ ਲੱਗਾ, ਮਹਾਰਾਜ ਮੈਂ ਆਪਣੇ ਨਾਮ ਜ਼ਮੀਨ ਕਰਾ ਲਈ। ਤੇ ਉੱਥੇ ਇੱਕ ਗੱਲ ਹੋਈ, ਮਹਾਰਾਜ ਪੁੱਛਣ ਲੱਗੇ, ਕਿਉਂ ਕੀ ਗੱਲ ਹੋਈ। ਕਹਿੰਦੇ ਮਹਾਰਾਜ ਉੱਥੇ ਕਿਹਾ ਗਿਆ ਕਿ ਆਪਣੇ ਗੁਰੂ ਵੱਲ ਹੱਥ ਕਰਕੇ ਕਹਿ ਦੇ ਕਿ ਇਹ ਜ਼ਮੀਨ ਮੇਰੀ ਹੈ। ਪਰਿਵਾਰ ਵਾਲਿਆਂ ਨੇ, ਰਿਸ਼ਤੇਦਾਰਾਂ ਨੇ ਕਿਹਾ, ਉਹ ਜਾਣਦੇ ਸਨ ਮੈਂ ਆਪ ਜੀ ਨੂੰ ਬੜਾ ਮੰਨਦਾ ਹਾਂ,
ਗੁਰੂ ਦੀ ਬੜੀ ਮੰਨਦਾ ਹਾਂ ਤੇ ਗੁਰੂ ਦੇ ਹੱਥ ਕਰਕੇ ਮੈਂ ਝੂਠ ਨਹੀਂ ਬੋਲਾਂਗਾ ਤੇ ਸਤਿਗੁਰੂ ਮੇਰੇ ਤੋਂ ਪਾਪ ਹੋ ਗਿਆ, ਮੈਂ ਝੂਠ ਬੋਲ ਪਿਆ, ਮੈਂ ਕਹਿ ਦਿੱਤਾ ਤੁਹਾਡੇ ਵੱਲ ਹੱਥ ਕਰਕੇ ਕਿ ਇਹ ਜ਼ਮੀਨ ਮੇਰੀ। ਸਤਿਗੁਰੂ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਗਾਉਂਦੇ ਆ, ਇਹ ਤਾਂ ਬਹੁਤ ਵੱਡਾ ਗੁਨਾਹ ਹੈ ਮਹਾਰਾਜ, ਮੈਂ ਤਾਂ ਹੀ ਤੁਹਾਡੇ ਕੋਲ ਆਇਆ ਹਾਂ, ਮੈਂ ਆਪਣਾ ਗੁਨਾਹ ਬਖਸ਼ਵਾਉਣ ਆਇਆ ਹਾਂ। ਤੇ ਗੁਰੂ ਪਿਆਰਿਓ ਸੁਣਿਓ, ਅੱਜ ਗੁਰੂ ਬਖਸ਼ਦਾ ਵੀ ਏ, ਪਰ ਕਿਹਨੂੰ ਬਖਸ਼ਦਾ ਏ ਇਹ ਸੁਣਿਓ, ਕਿਹਨੂੰ ਬਖਸ਼ਦਾ ਏ। ਗੁਰੂ ਉਹਨੂੰ ਬਖਸ਼ਦਾ ਏ ਜਿਹੜਾ ਗੁਰੂ ਅੱਗੇ ਆ ਕੇ ਇਹ ਅਰਦਾਸ ਕਰੇ, ਇਹ ਬੇਨਤੀ ਕਰੇ ਕਿ ਮਹਾਰਾਜ ਮੇਰੇ ਕੋਲੋਂ ਗੁਨਾਹ ਹੋ ਗਿਆ, ਮੇਰੇ ਕੋਲੋਂ ਪਾਪ ਹੋ ਗਿਆ, ਪਰ ਅਗਾਂਹ ਤੋਂ ਸਤਿਗੁਰੂ ਇਹੋ ਜੀ ਗਲਤੀ ਨਹੀਂ ਹੋਵੇਗੀ, ਪਰ ਇਸ ਗੁਨਾਹ ਦਾ ਵੀ ਮੈਂ ਪਛਤਾਪ ਕਰਾਂਗਾ। ਇਸ ਗੁਨਾਹ ਦੀ ਵੀ ਆਪ ਜੀ ਜੋ ਸਜ਼ਾ ਲਾਓਗੇ ਉਹ ਸਜ਼ਾ ਭੁਗਤਾਂਗਾ, ਪਰ ਅੱਗੇ ਤੋਂ ਮੇਰੇ ਤੋਂ ਕੋਈ ਗੁਨਾਹ ਨਾ ਹੋਵੇ, ਅੱਗੇ ਤੋਂ ਗੁਨਾਹ ਨਾ ਹੋਵੇ, ਨਾ ਮੈਂ ਕਰਾਂ, ਤਾਂ ਗੁਰੂ ਬਖਸ਼ਦਾ ਹੈ। ਗੁਰੂ ਪਿਆਰਿਓ ਐ ਨਹੀਂ ਆਪਾਂ ਗੁਨਾਹ ਕਰੀ ਜਾਈਏ, ਆ ਕੇ ਅਰਦਾਸਾਂ ਕਰੀ ਜਾਈਏ, ਬੇਨਤੀਆਂ ਕਰੀ ਜਾਈਏ, ਤਦ ਤੱਕ ਗੁਰੂ ਤਾਂ ਬਖਸ਼ਦਾ ਏ, ਪਰ ਗੁਰੂ ਪਿਆਰਿਓ ਫਿਰ ਰੋਣ ਲੱਗਾ, ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ। ਮਹਾਰਾਜ ਕਹਿੰਦੇ ਫਿਰ ਕਹਿੰਦਾ ਮਹਾਰਾਜ ਉਹ ਜਿਹੜੀ ਜਗ੍ਹਾ ਹੈ, ਉਹ ਜਗ੍ਹਾ ਮੈਂ ਬੜੀ ਵਸਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਮੈਂ ਖੇਤੀ ਕੀਤੀ, ਖੇਤੀ ਨਾ ਹੋਈ, ਉਹਦੇ 'ਚ ਮੈਂ ਲੋਕਾਂ ਨੂੰ ਮਕਾਨ ਬਣਾ ਕੇ ਦੇਣ ਦਾ ਸੋਚਿਆ, ਉਹ ਨਾ ਬਣੇ। ਮਹਾਰਾਜ ਉਹ ਜ਼ਮੀਨ ਬੰਜਰ ਬਣ ਗਈ ਏ, ਭੂਤਾਂ ਦਾ ਵਾਸ ਹੋ ਗਿਆ ਉਸ ਜ਼ਮੀਨ ਦੇ ਵਿੱਚ। ਮਹਾਰਾਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਫਿਰ ਕੀ ਚਾਹੁੰਦਾ ਤੂੰ? ਮਹਾਰਾਜ ਮੈਂ ਇਹ ਚਾਹੁੰਦਾ ਕਿ ਜਿਨ੍ਹਾਂ ਦੀ ਜ਼ਮੀਨ ਹੈ ਮੈਂ ਉਹਨਾਂ ਦੇ ਹਵਾਲੇ ਕਰ ਦੇਣਾ, ਪਰ ਮਹਾਰਾਜ ਕਿਰਪਾ ਕਰੋ ਉਹ ਜ਼ਮੀਨ ਬੰਜਰ, ਉਹ ਜ਼ਮੀਨ ਬਿਆਬਾਨ ਜਿੱਥੇ ਭੂਤਾਂ ਦਾ ਵਾਸਾ ਹੋ ਗਿਆ ਏ, ਉਹਨੂੰ ਵਸਾ ਦੇਵੋ, ਵਸਾ ਦੇਵੋ। ਮਹਾਰਾਜ ਆਪ ਜੀ ਸਭ ਕੁਝ ਕਰ ਸਕਦੇ ਹੋ, ਉਹਨੂੰ ਵਸਾਵੇ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਅੱਛਾ। ਤੇ ਸੰਗਤਾਂ ਵੀ ਕੋਲ ਖੜੀਆਂ ਸਨ, ਸੰਗਤਾਂ ਨੇ ਵੀ ਬੇਨਤੀ ਕੀਤੀ ਮਹਾਰਾਜ ਢਹਿ ਕੇ ਆਇਆ ਹੈ, ਢਹਿ ਪਏ ਦੁਆਰਿਆ ਮੇਲੇ ਹੋ ਦਿਆਲ। ਤੇ ਸਤਿਗੁਰਾਂ ਨੇ ਫਿਰ ਆਵਾਜ਼ ਮਾਰੀ ਆਪਣੇ ਸੁਪੁੱਤਰਾਂ ਨੂੰ, ਭਾਈ ਦਾਤੂ ਜੀ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਦਾਤੂ ਜੀ ਜਾਓ, ਭਾਈ ਗੋਂਦੇ ਦੇ ਨਾਲ ਉਸ ਜ਼ਮੀਨ ਦੇ ਵਿੱਚ ਜਾਓ, ਜਾ ਕੇ ਹੱਥ ਹਿਲਾਇਓ ਤੇ ਕਿਹੋ ਸਤ ਕਰਤਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਤੇ ਉੱਥੇ ਭੂਤਾਂ ਦਾ ਵਾਸਾ ਤੁਹਾਡੇ ਤੋਂ ਪਹਿਲਾਂ ਭੱਜ ਜਾਏਗਾ। ਤੇ ਦਾਤੂ ਜੀ ਜਿਹੜੇ ਸਨ ਸਤਿਗੁਰਾਂ ਦੇ ਸੁਪੁੱਤਰ ਹੱਥ ਜੋੜ ਲਏ, ਕਹਿਣ ਲੱਗੇ ਮਾਲਕ ਸਤਿਗੁਰੂ ਆ ਵੀ ਕੋਈ ਗੱਲ ਏ, ਆ ਇਹਨੇ ਜ਼ਮੀਨ ਹੱਥੇ ਆਈ, ਐਂ ਕਰੇ ਹੁਣ ਸਾਰਾ ਕੁਝ, ਆਪਾਂ ਕਿਉਂ ਕਰੀਏ ਮਹਾਰਾਜ? ਤੇ ਗੁਰੂ ਪਿਆਰਿਓ ਇਹ ਵੀ ਕਹੀਂ ਅਵਸਥਾ ਹੁੰਦੀ ਏ, ਇਹ ਗੁਰੂ ਹੀ ਕਰ ਸਕਦਾ ਏ। ਤਾਂ ਹੀ ਕਿਹਾ ਨਾ ਸਹਿਜ, ਇਹ ਸਹਿਜ ਹਰ ਇੱਕ ਦੇ ਹਿੱਸੇ ਵਿੱਚ ਨਹੀਂ ਹੁੰਦਾ। ਤੇ ਕਹਿਣ ਲੱਗੇ ਨਾ ਮਹਾਰਾਜ ਮਨਾ ਕਰ ਦਿੱਤਾ ਢੰਗ ਦੇ ਨਾਲ। ਸਤਿਗੁਰੂ ਜੀ ਨੇ ਦੂਜੇ ਸਪੁੱਤਰ ਨੂੰ ਆਵਾਜ਼ ਮਾਰੀ, ਦਾਸੂ ਜੀ ਤੁਸੀਂ ਜਾ ਕੇ ਆਓ ਗੋਂਦੇ ਦੇ ਨਾਲ, ਉੱਥੇ ਬੜਾ ਸੋਹਣਾ ਪਿੰਡ ਵਸਾਓ, ਜਾਓਗੇ ਹੱਥ ਹਿਲਾਓਗੇ ਤੇ ਕਹੋਗੇ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਸਤ ਕਰਤਾਰ ਦਾ ਵਾਜਾ ਦੋਗੇ, ਬੁਰੀਆਂ ਬਲਾਵਾਂ ਆਪ ਭੱਜਣਗੀਆਂ। ਤੇ ਦਾਸੂ ਜੀ ਵੀ ਕਹਿਣ ਲੱਗੇ ਮਹਾਰਾਜ ਕਿਹੋ ਜੀਆਂ ਗੱਲਾਂ ਕਰਦੇ ਹੋ, ਇੱਥੇ ਭੂਤਾਂ ਦਾ ਵਾਸਾ ਹੋ ਜਾਏ, ਉਹ ਜਗ੍ਹਾ ਵਸਦੀ ਹੈ। ਉਹ ਵੀ ਜਵਾਬ ਪੁੱਠਾ ਦਿੱਤਾ। ਤੇ ਮਹਾਰਾਜ ਕੋਲ ਹੀ ਖੜੇ ਸਨ ਧੰਨ ਗੁਰੂ ਅਮਰਦਾਸ ਪਾਤਸ਼ਾਹ, ਹਲੇ ਗੁਰੂ ਨਹੀਂ ਬਣੇ। ਤੇ ਗੁਰੂ ਸਾਹਿਬ ਬੜੇ ਪਿਆਰ ਨਾਲ ਕਹਿੰਦੇ ਸੀ ਪੁਰਖਾ, ਪੁਰਖਾ ਵੱਡਿਆਂ ਵੱਡੇ ਸਨ, ਪਿਆਰ ਦੇ ਵਿੱਚ ਕਹਿਣਾ ਪੁਰਖਾ। ਤੇ ਕਹਿਣ ਲੱਗੇ ਪੁਰਖਾ ਜੀ ਤੁਸੀਂ ਜਾ ਕੇ ਆਓ, ਨਾਮ ਨਹੀਂ ਲੈਂਦੇ ਸਨ, ਕਹਿੰਦੇ ਤੁਸੀਂ ਜਾ ਕੇ ਆਓ
ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਕੀ ਸੰਗਤ ਜੀਓ ਹੱਥ ਜੋੜ ਲਏ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅੱਗੇ ਕਹਿਣ ਲੱਗੇ, ਮਹਾਰਾਜ ਨੌਕਰ ਕੀ ਤੇ ਨਖਰਾ। ਮਹਾਰਾਜ ਮੈਂ ਤੇ ਆਪਦੇ ਘਰ ਦਾ ਨੌਕਰ ਹਾਂ, ਆਪ ਤਾਂ ਪਿੰਡ ਵਸਾਉਣ ਲਈ ਭੇਜ ਰਹੇ ਹੋ, ਇੱਥੇ ਮੇਰਾ ਸਰੀਰ ਵੀ ਲੱਗ ਜਾਵੇ ਉਹਦੇ ਲਈ ਵੀ ਭੇਜੋ। ਮੈਂ ਜਾਵਾਂਗਾ ਸਤਿਗੁਰੂ, ਸਿਰ ਤੇ ਹੱਥ ਰੱਖੋ, ਆਪ ਜੀ ਨੇ ਸਾਰਾ ਕੁਝ ਕਰਾਉਣਾ ਏ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਬੜੀਆਂ ਬਰਕਤਾਂ ਦੇ ਕੇ ਭੇਜਿਆ। ਸਤਿਗੁਰੂ ਕਹਿਣ ਲੱਗੇ, ਜਿਹੜਾ ਪਿੰਡ ਵਸਾਉਣਾ ਹੈ ਉਸ ਪਿੰਡ ਦਾ ਨਾਮ ਇਹ ਗਾਉਂਦਾ ਆਇਆ ਹੈ ਨਾ, ਇਹ ਬੜੇ ਭਾਗ ਨਾਲ, ਇਹ ਬੜੇ ਭਰੋਸੇ ਦੇ ਨਾਲ ਆਇਆ ਹੈ ਗੁਰੂ ਚਰਨਾਂ ਦੇ ਵਿੱਚ। ਤੇ ਇਹਦੀ ਮਨ ਦੀ ਇੱਛਾ ਹੈ ਕਿ ਇਹਦੇ ਨਾਮ ਤੇ ਉਹ ਪਿੰਡ ਵਸੇ। ਤੇ ਗੁਰੂ ਕੀ ਸੰਗਤ ਜੀਓ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਚਰਨਾਂ 'ਚ ਮੱਥਾ ਟੇਕ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਸੋਂ ਬਖਸ਼ਿਸ਼ਾਂ ਲੈ ਕੇ ਫਿਰ ਪਹੁੰਚ ਗਏ ਉਸ ਧਰਤੀ ਤੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜਾਂਦੇ ਨੇ, ਹੱਥ ਹਿਲਾਉਂਦੇ ਨੇ ਤੇ ਕਹਿੰਦੇ ਨੇ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਸਤ ਕਰਤਾਰ ਦਾ ਆਵਾਜ਼ਾਂ ਦਿੰਦੇ ਨੇ। ਇਥੋਂ ਭੈੜੀਆਂ ਆਵਾਜ਼ਾਂ ਆਉਂਦੀਆਂ ਸਨ, ਜ਼ਮੀਨ ਬੰਜਰ ਸੀ, ਪਾਣੀ ਕੋਈ ਨਹੀਂ ਸੀ। ਉੱਥੇ ਹੁਣ ਘਰ ਬਸਣ ਲੱਗੇ, ਲੋਕ ਆਉਣ ਲੱਗੇ ਤੇ ਮਹਾਰਾਜ ਨੇ ਫਿਰ ਉੱਥੇ ਸੋਹਣੀ ਵਸੋਂ ਕੀਤੀ। ਤੇ ਉਸ ਸ਼ਹਿਰ ਦਾ ਨਾਮ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਗੋਂਦੇ ਦੇ ਨਾਮ ਤੇ ਰੱਖਿਆ, ਗੋਇੰਦਵਾਲ। ਗੋਇੰਦਵਾਲ ਸਾਹਿਬ ਰੱਖਿਆ ਉਸ ਦਾ ਨਾਮ, ਜਿਹੜਾ ਗੋਇੰਦਵਾਲ ਸਾਹਿਬ ਹੋ ਗਿਆ, ਗੋਇੰਦਵਾਲ ਸੀ। ਤੇ ਗੁਰੂ ਪਿਆਰਿਓ ਹਲੇ ਇੱਥੇ ਨਹੀਂ, ਹਲੇ ਹੋਰ ਬਰਕਤਾਂ ਉਸ ਗੋਇੰਦਵਾਲ ਦੇ ਵਿੱਚ ਦਿੱਤੀਆਂ। ਕੀ ਇੱਕ ਐਸੀ ਬੌਲੀ ਬਣਾਈ, ਇੱਕ ਐਸਾ ਪਾਣੀ ਦਾ ਪ੍ਰਬੰਧ ਕੀਤਾ, ਉਹ ਬੌਲੀ ਤਿਆਰ ਕਰਾਈ ਤੇ ਉਸ ਬੌਲੀ ਸਾਹਿਬ ਨੂੰ ਐਸਾ ਵਰ ਦਿੱਤਾ, ਇਸ ਬੌਲੀ ਤੇ ਜਿਹੜਾ ਵੀ ਆਏਗਾ, ਕੋਈ ਵੀ ਧਰਮ ਦਾ ਹੋਵੇ, ਜ਼ਰੂਰੀ ਨਹੀਂ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਬੋਧੀ ਹੋਵੇ, ਜੈਨੀ ਹੋਵੇ, ਕ੍ਰਿਸਚਨ ਹੋਵੇ, ਈਸਾਈ ਹੋਵੇ, ਕੋਈ ਵੀ ਹੋਵੇ, ਇਸ ਬੌਲੀ ਦੇ ਵਿੱਚ ਇਸ਼ਨਾਨ ਕਰੇ। 84 ਪੌੜੀਆਂ ਨੇ ਉਸ ਬੌਲੀ ਦੀਆਂ। ਉਸ ਬੌਲੀ ਇੱਕ ਪੌੜੀ ਤੇ ਬੈਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰੇ ਤੇ ਉਹ 84 ਪੌੜੀਆਂ ਨੇ, 84 ਇਸ਼ਨਾਨ ਤੇ 84 ਜਪਜੀ ਸਾਹਿਬ ਦੇ ਪਾਠ ਕਰੇ। ਤੇ ਗੁਰੂ ਕੀ ਸੰਗਤ ਜੀਓ ਸਤਿਗੁਰਾਂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਆ ਸੁਣ ਕੇ ਹੈਰਾਨ ਹੋਵੋਗੇ, 84 ਲੱਖ ਜੁਨਾਂ ਤੋਂ ਛੁਟਕਾਰਾ, 84 ਲੱਖ ਜੁਨਾਂ ਐਸੇ ਗੁਰੂ ਨੇ ਬਖਸ਼ਿਸ਼ ਕੀਤੀ। ਗੁਰੂ ਪਿਆਰਿਓ ਇਹ ਆਮ ਬਖਸ਼ਿਸ਼ਾਂ ਨਹੀਂ ਗੁਰੂ ਦੀਆਂ, ਤੇ ਅੱਜ ਵੀ ਵਰਤ ਰਹੀਆਂ ਨੇ। ਤੇ ਹਲੇ ਮਹਾਰਾਜ ਤੁਠੇ ਤਾਂ ਕੋਈ ਬੀਬੀ ਆ ਗਈ ਨਾ, ਬੀਬੀ ਆ ਗਈ ਰੋਂਦੀ ਕੁਲਾਂਦੀ, ਤੇ ਭਾਈ ਬੱਲੂ ਜੀ ਨੂੰ ਭੇਜਿਆ ਮਹਾਰਾਜ ਨੇ, ਪੁੱਛੋ ਬੱਲੂ ਜੀ ਕੀ ਹੋਇਆ, ਮਾਂ ਕਿਉਂ, ਇਹ ਬੀਬੀ ਕਿਉਂ ਰੋਂਦੀ ਹੈ? ਸਤਿਗੁਰੂ ਇਹਦਾ ਜਵਾਨ ਪੁੱਤਰ ਚੜ੍ਹਾਈ ਕਰ ਗਿਆ। ਮਹਾਰਾਜ ਕਹਿਣ ਲੱਗੇ, ਅੱਛਾ ਜਵਾਨ ਪੁੱਤਰ ਚੜ੍ਹਾਈ ਕਰ ਗਿਆ। ਇਹ ਗੁਰੂ ਪਿਆਰਿਓ ਬਖਸ਼ਿਸ਼ਾਂ ਦਿੱਤੀਆਂ ਗੋਇੰਦਵਾਲ ਸਾਹਿਬ ਨੂੰ, ਉਹ ਤੁਹਾਨੂੰ ਸੁਣਾ ਰਿਹਾ। ਬਖਸ਼ਿਸ਼ਾਂ ਦਿੱਤੀਆਂ ਸਤਿਗੁਰਾਂ ਨੇ। ਫਿਰ ਮਹਾਰਾਜ ਨੇ ਬਚਨ ਕੀਤਾ ਸੀ, ਕੀ ਬਚਨ ਕੀਤਾ ਸੀ ਕਿ ਜਦ ਤੱਕ ਅਸੀਂ ਹਾਂ ਇਸ ਗੱਦੀ ਤੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਰਹੇ ਹਾਂ ਸਰੀਰ ਰੂਪ, ਤੇ ਤਦ ਤੱਕ ਇਸ ਗੋਇੰਦਵਾਲ ਦੇ ਵਿੱਚ ਮਾਂ ਪਿਓ ਦੇ ਹੁੰਦੇ ਹੋਏ ਕੋਈ ਬੱਚਾ ਚੜ੍ਹਾਈ ਨਹੀਂ ਕਰੇਗਾ, ਕੋਈ ਨੌਜਵਾਨ ਚੜ੍ਹਾਈ ਨਹੀਂ ਕਰੇਗਾ। ਗੁਰੂ ਪਿਆਰਿਓ ਕਾਲ ਨੂੰ ਬਣ ਕੇ ਰੱਖਤਾ ਸੀ, ਕਾਲ ਨੂੰ। 12 ਸਾਲ ਮਹਾਰਾਜ ਉਸ ਘਟਨਾ ਤੋਂ ਬਾਅਦ ਰਹੇ। ਕਹਿੰਦੇ ਨੇ 12 ਸਾਲ ਦੇ ਵਿੱਚ ਕੋਈ ਜੀ ਤਾਂ ਕੀ ਮਰਨਾ ਸੀ, ਮਾਂ ਪਿਓ ਦੇ ਹੁੰਦੇ ਹੋਏ। ਕਹਿੰਦੇ ਕੋਈ ਪਸ਼ੂ ਪੰਛੀ ਵੀ ਨਹੀਂ ਮਰਿਆ ਆਪਣੇ ਮਾਂ ਪਿਓ ਦੇ ਹੁੰਦੇ।
ਬਸ ਕੋਈ ਪਸ਼ੂ ਪਕਸ਼ੀ ਵੀ ਨਹੀਂ ਮਰਿਆ। ਐਸਾ ਵਰ ਮਹਾਰਾਜ ਨੇ ਉੱਥੇ ਦਿੱਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀਆਂ ਉਪਮਾਵਾਂ। ਤਾਈਓ ਫਿਰ ਕਹਿੰਦੇ ਨੇ ਨਾ ਭੱਟ ਜੀ ਇੰਨਾ ਪਿਆਰਾ ਬਚਨ ਕਰਦੇ ਨੇ, ਕੰਨ ਹਰ ਬੋਂਦ ਬਸੋ ਰਮਾਵਲ। ਐਨੀਆਂ ਬਖਸ਼ਿਸ਼ਾਂ ਕਿੰਨੀਆਂ ਬਖਸ਼ਿਸ਼ਾਂ ਕਰਾਂ ਗੁਰੂ ਪਿਆਰਿਓ ਘਟ ਨੇ। ਆਓ ਸਮਾਪਤ ਹੈ ਉਸ ਬੰਦੀ ਤੁਪੜ ਕੇ ਫਿਰ ਸਮਾਪਤੀ। ਫਿਰ ਪਰਮ ਸਤਿਕਾਰਯੋਗ ਬਾਬਾ ਜੀ ਦੇ ਪਿਆਰ, ਬਾਬਾ ਜੀ ਦੇ ਸਾਥੀ, ਕਿਉਂਕਿ ਬੜੀ ਵੱਡੀ ਘਾਲਣਾ, ਬੜੀ ਵੱਡੀ ਸੇਵਾ ਨਿਭਾਉਂਦੇ ਨੇ ਬਾਬਾ ਅਮਰਜੀਤ ਸਿੰਘ ਬਾਬਾ ਭੋਲਾ ਜੀ। ਸਟੇਜ ਦੀ ਸੇਵਾ ਜਿੱਥੇ ਜਦੋਂ ਕਦੋਂ ਵੀ ਇਹ ਸੇਵਾ ਬਾਬਾ ਜੀ ਨੇ ਉਹਨਾਂ ਨੂੰ ਬਖਸ਼ੀ ਏ, ਉਹ ਸੇਵਾ ਨਿਭਾਉਂਦੇ ਨੇ। ਗੁਰੂ ਕਿਰਪਾ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਰਹਿਮਤਾਂ ਕਰੇ ਐਵੇਂ ਦੇਸ਼ ਕੌਮ ਦੀ ਸੇਵਾ, ਇਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਐਵੇਂ ਹੀ ਨਿਭਾਉਣ। ਸਤਿਗੁਰੂ ਰਹਿਮਤਾਂ ਕਰੇ ਸਾਰੇ ਬੇਗਮ ਸਿੰਘਾਂ ਨੂੰ ਜਿਹੜੇ ਇੱਥੇ ਰਹਿੰਦੇ ਨੇ। ਸਤਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਖੁਸ਼ੀਆਂ ਬਖਸ਼ਣ, ਸਹਿਜ ਅਵਸਥਾ ਆਵੇ। ਇੱਕ ਦੂਜੇ ਨਾਲ ਪਿਆਰ ਸਤਿਕਾਰ ਮਾਣ ਆਦਰ ਇੱਕ ਦੂਜੇ ਦਾ ਕਰੀਏ। ਤੇ ਸੰਤ ਲੋਚਨ ਸਿੰਘ ਜੀ ਜਿਹੜੀ ਸੇਵਾ ਮਹਾਂਪੁਰਸ਼ਾਂ ਨੇ, ਪੰਜ ਮਹਾਂਪੁਰਸ਼ਾਂ ਨੇ ਜਿਹੜੇ ਪੰਜ ਮਹਾਂਪੁਰਸ਼ ਬਾਬਾ ਜੀ ਦੇ ਨਾਲ ਆਏ ਸਨ, ਉਹਨਾਂ ਨੇ ਬਖਸ਼ੀ ਸੇਵਾ ਨਿਭਾ ਰਹੇ ਨੇ। ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਵੀ ਦੇਹ ਰੋਗਤਾ ਬਖਸ਼ਣ। ਐਵੇਂ ਹੀ ਸਾਰੇ ਮਿਲ ਕੇ, ਕਿਉਂਕਿ ਗੁਰੂ ਪਿਆਰਿਓ ਇਹ ਸੇਵਾ ਗੁਰੂ ਘਰ ਦੀ ਹੈ। ਗੁਰੂ ਦੀ ਸੇਵਾ ਸਭ ਤੋਂ ਪਹਿਲਾਂ ਤੇ ਫਿਰ ਸੰਗਤ ਦੀ ਸੇਵਾ ਅਸੀਂ ਸਾਰੇ ਕਰ ਸਕੀਏ। ਸਾਡੀ ਸਭ ਦੀ ਤੁਸੀਂ ਅਰਦਾਸ ਕਰਿਆ ਕਰੋ, ਕਿਉਂਕਿ ਇਸ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਵਿੱਚ ਮਾਲਕ ਵਸਦਾ। ਕਨਵਰ ਬੋਂਦ ਬਸੋਰ ਮਾਵਲ, ਕੁਸਮ ਬਸੰਤ ਗਨਨ ਨਾਵੇ। ਕਨਵਰ ਬੋਂਦ ਬਸੋਰ ਮਾਵਲ, ਕੁਸਮ ਬਸੰਤ ਗਨਨ ਨਾਵੇ। ਕੁਸਮ ਬਸੰਤ ਗਨਨ ਨਾਵੇ। ਕੁਸਮ ਬਸੰਤ ਕੁਸਮ ਬਸੰਤ ਗਨਨ ਨਾਵੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਣਾਵੇ, ਉਪਮਾ ਭਲੇ ਅਮਰਦਾਸ ਗੁਣ ਤੇਰੇ, ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਣਾਵੇ, ਉਪਮਾ ਤੋਹਿ ਬਣਾਵੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਣਾਵੇ, ਉਪਮਾ ਤੋਹਿ ਬਣਾਵੇ। ਤੇਰੀ ਉਪਮਾ ਤੋਹਿ ਬਣਾਵੇ, ਉਪਮਾ ਤੋਹਿ ਬਣਾਵੇ। ਤੇਰੀ ਉਪਮਾ ਤੋਹਿ ਬਣਾਵੇ। ਇੱਕ ਵਾਰੀ ਸਾਰੀ ਸੰਗਤ ਪੜ ਲਓ। ਦਾਸ ਦਾ ਬਸ ਇੰਨਾ ਹੀ ਮਨੋਂ ਹੁੰਦਾ ਕਿ ਸਭ ਦੀ ਹਾਜ਼ਰੀ ਇੱਕ ਵਾਰੀ ਲੱਗ ਜਾਵੇ। ਦਾਸ ਇੱਕ ਵਾਰੀ ਪੜੇਗਾ ਸਾਰਾ ਜੱਥਾ, ਫਿਰ ਸਾਰੀ ਸੰਗਤ ਪਿੱਛੇ ਪੜਿਓ ਬਿਨ ਤਬਲੇ ਤੋਂ, ਫਿਰ ਸਮਾਪਤੀ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਪੜੋ ਜੀ। ਭਲੇ ਅਮਰ ਬਾਬਾ, ਭਲੇ ਅਮਰਦਾਸ ਤੇਰੀ ਉਪਮਾ ਹੀ ਬਣਾਵੇ। ਤੇਰੀ ਉਪਮਾ ਤੋਹਿ ਬਣਾਵੇ। ਵਾਹਿਗੁਰੂ ਸਤਿ ਸ੍ਰੀ ਅਕਾਲ। ਆਓ ਗੁਰੂ ਪਿਆਰੇ
ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਬਾਬਾ ਜੀ ਦੇ ਸਾਥੀ ਸੰਤ ਅਮਰਜੀਤ ਸਿੰਘ ਜੀ ਪਾਸੋਂ, ਬਾਬਾ ਭੋਲਾ ਜੀ ਪਾਸੋਂ ਕਥਾ, ਗੁਰੂ ਦੀਆਂ ਕਹਾਣੀਆਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਕਹਾਣੀਆਂ ਇਤਿਹਾਸ ਵਿੱਚੋਂ ਸੁਣ ਕਰੀਏ। ਗੱਜ ਵੱਜ ਕੇ ਇੱਕ ਵਾਰੀ ਸਾਰੀ ਸੰਗਤ ਜਿੰਨੇ ਬੈਠੇ ਹੋ, ਇੰਟਰਨੈਟ ਰਾਹੀਂ ਜਿਹੜੇ ਵੀ ਵੇਖ ਰਹੇ ਹੋ, ਸਾਰੇ ਇੱਕ ਵਾਰੀ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।